ਨਾਮ ਵਾਹਿਗੁਰੂ ਸਾਹਿਬ ਜੀ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨ ਭੂਲੋ ਭਾਈ, ਖਾਲਕ ਖਲਕ ਖਲਕ ਮਹਿ ਖਾਲਿਕ। ਪੂਰ ਰਹਿਓ ਸਰਬ ਠਾਈ, ਖਾਲਕ ਖਲਕ ਖਲਕ ਮਹਿ ਖਾਲਿਕ। ਪੂਰ ਰਹਿਓ ਸਰਬ ਠਾਈ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹਕ ਰਾਗੰਜੂਰ ਗੁਰ ਗੋਬਿੰਦ ਸਿੰਘ। ਜੁਮਲਾ ਫੈਜ ਨੂਰ ਗੁਰ ਗੋਬਿੰਦ ਸਿੰਘ। ਹਕ ਹਕ ਅਗਾਹ ਗੁਰ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸਜੇ ਹੋਏ ਹਫ਼ਤਾਵਾਰੀ ਦੀਵਾਨ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਨੰਦ ਲਾਲ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸਿਫਤਾਂ ਕਰਦਿਆਂ ਕਈ ਰਚਨਾਵਾਂ ਲਿਖੀਆਂ ਨੇ, ਜਿਨ੍ਹਾਂ ਵਿੱਚੋਂ ਗੰਜਨਾਮੇ ਦੇ ਵਿੱਚੋਂ ਆਪ ਜੀ ਨੇ ਦੋ ਬਚਨ ਸਰਵਣ ਕੀਤੇ ਨੇ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਗੰਜਨਾਮੇ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਦਸਾਂ ਹੀ ਪਾਤਸ਼ਾਹੀਆਂ ਦੀ ਸਿਫਤ ਵਡਿਆਈ ਕੀਤੀ ਹੈ। ਕੁਝ ਕਿ ਉਹਨਾਂ ਆਰੰਭਤਾ ਹਰ ਪਾਤਸ਼ਾਹੀ ਤੋਂ ਵਾਰਤਕ ਵਿੱਚ ਕੀਤੀ ਹੈ। ਵਾਰਤਕ ਦਾ ਮਤਲਬ ਪੈਰਾਗ੍ਰਾਫ, ਤੇ ਉਸ ਤੋਂ ਬਾਅਦ ਵਿੱਚ ਫਿਰ ਕਵਿਤਾ ਦੇ ਵਿੱਚ ਉਸਤਤ ਕੀਤੀ ਹੈ। ਭਾਈ ਨੰਦ ਲਾਲ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਨਾਂ ਦੇ ਇੱਕ ਇੱਕ ਅੱਖਰ ਤੋਂ ਉਹਨਾਂ ਦੀ ਅਜ਼ਮਤ, ਉਹਨਾਂ ਦੀ ਰਹਿਮਤ ਦਾ ਜ਼ਿਕਰ ਕੀਤਾ।
ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਫਤ ਪੜ੍ਹਦੇ ਹਾਂ ਭਾਈ ਨੰਦ ਲਾਲ ਜੀ ਵੱਲੋਂ ਕੀਤੀ ਹੋਈ ਗੰਜਨਾਮੇ ਵਿੱਚ, ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਉਸ ਦੀ 10ਵੀਂ ਪਾਤਸ਼ਾਹੀ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਸ ਦੀ 10ਵੀਂ ਪਾਤਸ਼ਾਹੀ ਸੱਚ ਨੂੰ ਰੌਸ਼ਨ ਕਰਨ ਵਾਲੀਆਂ 9 ਮਿਸਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਹੈ। ਸੱਚ ਨੂੰ ਰੋਸ਼ਨ ਕਰਨ ਵਾਲੀਆਂ 9 ਮਿਸਾਲਾਂ ਕਿਹੜੀਆਂ? ਵੀ 9 ਪਾਤਸ਼ਾਹੀਆਂ, ਪਹਿਲੇ 9 ਗੁਰੂ ਸਾਹਿਬਾਨ। ਉਸ ਦੀ 10ਵੀਂ ਪਾਤਸ਼ਾਹੀ ਸੱਚ ਨੂੰ ਰੌਸ਼ਨ ਕਰਨ ਵਾਲੀਆਂ 9 ਮਿਸਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਹੈ ਅਤੇ ਝੂਠ ਤੇ ਅਸਤ ਦੀ ਰਾਤ ਦੇ ਹਨੇਰੇ ਨੂੰ ਨਾਸ਼ ਕਰਨ ਵਾਲੀ ਹੈ। ਫਿਰ ਭਾਈ ਸਾਹਿਬ ਲਿਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦਾ ਜਿਹੜਾ ਪਹਿਲਾ ਅੱਖਰ ਗੱਗਾ ਹੈ, ਉਹ ਕਹਿੰਦੇ ਨੇ ਅੰਤਮ ਸੱਚ ਵਾਲੇ ਪਵਿੱਤਰ ਨਾਮ ਦਾ ਪਹਿਲਾ ਫਾਰਸੀ ਕਾਫ, ਬ੍ਰੈਕਟ ਦੇ ਵਿੱਚ ਡਾਕਟਰ ਗੰਡਾ ਸਿੰਘ ਹੋਣਾ ਨੇ ਗਾਫ ਲਿਖਿਆ ਵੀ ਗੱਗੇ ਤੋਂ ਮੁਰਾਦ। ਉਹਨਾਂ ਦੇ ਨਾਮ ਦਾ ਪਹਿਲਾ ਜਿਹੜਾ ਗੱਗਾ ਅੱਖਰ ਹੈ ਉਹ ਜ਼ਮਾਨੇ ਨੂੰ ਸਰ ਕਰਨ ਵਾਲਾ ਹੈ, ਔਰ ਉਹਨਾਂ ਦੇ ਨਾਮ ਦੇ ਨਾਲ ਆਈ ਹੋਈ ਜਿਹੜੀ ਵਾਓ ਹੈ ਪਹਿਲੀ, ਜਦੋਂ ਅਸੀਂ ਗੋਬਿੰਦ ਲਿਖਣਾ ਹੋਵੇ ਅਸੀਂ ਗੱਗੇ ਅੱਖਰ ਤੇ ਹੋੜਾ ਪਾਉਂਦੇ ਆ, ਤੇ ਹੋੜੇ ਦੀ ਸਾਊਂਡ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਵੀ ਜੇ ਗੱਗੇ ਤੇ ਹੋੜਾ ਹੈ ਤੇ ਗੋ, ਜੇ ਹਾਹੇ ਤੇ ਹੋੜਾ ਤੇ ਹੋ। ਕਹਿਣ ਲੱਗੇ ਵੀ ਜਿਹੜੀ ਵਾਓ ਹੈ ਉਹ ਜ਼ਮੀਨ ਤੇ ਜ਼ਮਾਨੇ ਨੂੰ ਜੋੜਨ ਦੀ ਸਥਿਤੀ ਵਾਲੀ ਹੈ। ਫਿਰ ਭਾਈ ਸਾਹਿਬ ਕਹਿੰਦੇ ਨੇ ਵੀ ਉਸ ਪਾਤਸ਼ਾਹ ਦੇ ਨਾਮ ਦਾ ਜਿਹੜੀ ਬੇ ਹੈ, ਫਾਰਸੀ ਦੇ ਵਿੱਚ ਉਚਾਰਨ ਜਿਹੜੇ ਉਹ ਆਪਣੇ ਢੰਗ ਦੇ ਨੇ, ਪਰ ਬੇ ਦਾ ਮਤਲਬ ਬੱਬਾ ਅੱਖਰ। ਕਹਿਣ ਲੱਗੇ ਵੀ ਉਹਨਾਂ ਦੇ ਨਾਮ ਦੀ ਅਮਰ ਵਾਲੀ ਜਿਹੜੀ ਬੇ ਹੈ ਉਹ ਸ਼ਰਨਾਰਥੀਆਂ ਨੂੰ ਬਖਸ਼ਣ ਵਾਲੀ ਹੈ। ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਖਸ਼ ਲੈਂਦੇ ਨੇ। ਫਿਰ ਉਹਨਾਂ ਦੇ ਨਾਮ ਦੀ ਮੁਬਾਰਕ ਨੂਨ, ਨੂਨ ਫਾਰਸੀ ਚ ਕਹਿੰਦੇ ਨੇ, ਆਪਾਂ ਨੰਨੇ ਅੱਖਰ ਦੀ ਗੱਲ, ਤੇ ਜਿਹੜੀ ਗੋਬਿੰਦ ਦੇ ਬੱਬੇ ਤੇ ਟਿੱਪੀ ਲੱਗਦੀ ਹੈ ਆਪਾਂ ਨੂੰ ਪੰਜਾਬੀ ਵਿੱਚ ਪਤਾ ਵੀ ਉਹ ਅੱਧੇ ਨੰਨੇ ਦੀ ਸਾਊਂਡ ਦਿੰਦੀ ਹੈ ਗੋਬਿੰਦ ਲਿਖਣਾ ਹੋਵੇ। ਭਾਈ ਨੰਦ ਲਾਲ ਕਹਿੰਦੇ ਨੇ ਵੀ ਉਹਨਾਂ ਦੇ ਨਾਮ ਦੀ ਨੂਨ ਭਾਵ ਟਿੱਪੀ ਵੱਲ ਇਸ਼ਾਰਾ ਕਰਦੇ ਨੇ ਕਿ ਭਗਤਾਂ ਉਹਨਾਂ ਦੇ ਨਾਮ ਦੇ ਨੂਨ ਦੀ ਸੁਗੰਧੀ ਭਗਤਾਂ ਨੂੰ ਨਵਾਜਣ ਵਾਲੀ ਹੈ। ਫਿਰ ਉਹ ਅੱਗੇ ਕਹਿੰਦੇ ਨੇ ਕਿ ਉਹਨਾਂ ਦੇ ਨਾਮ ਦੇ ਵਿੱਚ ਸ਼ਾਨੋ ਸ਼ੌਕਤ ਵਾਲੀ ਜਿਹੜੀ ਦਾਲ ਹੈ, ਦਾਲ ਭਾਵ ਦੰਦਾ ਅੱਖਰ ਹੈ। ਕਹਿਣ ਲੱਗੇ ਉਹ ਸਮੁੱਚੇ ਜ਼ਮਾਨੇ ਦੇ ਅੰਦਰ ਇੱਕ ਉਹ ਦਾਤ ਵੰਡਣ ਵਾਲੀ ਹੈ, ਇੱਕ ਮਹਾਨ ਦਾਤ ਹੈ ਕਿ ਜ਼ਮਾਨੇ ਦੇ ਅੰਦਰ ਮੌਤ ਦੇ ਜਾਲ ਨੂੰ ਦਲ ਦੇਣ ਵਾਲੀ ਭਾਵ ਨਾਸ਼ ਕਰਨ ਵਾਲੀ ਹੈ। ਇਹ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਦੇ ਜਿਹੜੇ ਅੱਖਰ ਨੇ ਤੇ ਜਿਹੜੀਆਂ ਮਾਤਰਾ ਨੇ ਉਹਨਾਂ ਵਿੱਚੋਂ ਵੀ ਗੁਰੂ ਸਾਹਿਬ ਦੀ ਸਿਫਤ ਕੀਤੀ ਹੈ। ਪਰ ਜਦੋਂ ਅਸੀਂ ਪ੍ਰਚਲਿਤ ਨਾਮ ਦੀ ਗੱਲ ਕਰਦੇ ਹਾਂ ਵੀ ਗੁਰੂ ਸਾਹਿਬ ਦੇ ਨਾਮ ਕਿੰਨੇ ਨੇ, ਸਤਿਗੁਰੂ ਨੂੰ ਸਾਹਿਬੇ ਕਮਾਲ ਵੀ ਆਖਿਆ ਗਿਆ, ਸਤਿਗੁਰੂ ਨੂੰ ਬਾਜਾਂ ਵਾਲਾ ਵੀ ਆਖਿਆ ਗਿਆ, ਸਤਿਗੁਰੂ ਦੀ ਸਿਫਤ ਨੀਲੇ ਦਾ ਸ਼ਾਹ ਅਸਵਾਰ ਕਰਕੇ ਵੀ ਕੀਤੀ ਗਈ। ਦੋ ਚੀਜ਼ਾਂ ਵਿੱਚੋਂ ਲੈਣ ਲੱਗਾ। ਸਤਿਗੁਰੂ ਦੇ ਨਾਲ ਇੱਕ ਨਾਮ ਜੁੜਿਆ ਵੀ ਨੀਲੇ ਦਾ ਸ਼ਾਹ ਅਸਵਾਰ।
ਉਹਨਾਂ ਦੇ ਘੋੜੇ ਦਾ ਰੰਗ ਨੀਲਾ ਇਤਿਹਾਸ ਨੇ ਦੱਸਿਆ। ਘੋੜਾ ਜਿਹੜਾ ਇੱਕ ਸ਼ਕਤੀ ਦਾ ਪ੍ਰਤੀਕ ਹੈ। ਯੋਧੇ ਜਿਹੜੇ ਨੇ ਘੋੜਿਆਂ ਦੀ ਸਵਾਰੀ ਕਰਦੇ ਸੀ, ਜੰਗਾਂ ਯੁੱਧਾਂ ਦੇ ਵਿੱਚ ਵੈਰੀਆਂ ਦਾ, ਦੁਸ਼ਟਾਂ ਦਾ ਨਾਸ਼ ਕਰਦੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੇ ਨੀਲੇ ਦਾ ਸ਼ਾਹ ਸਵਾਰ ਹੈ, ਇੱਕ ਸ਼ਕਤੀ ਦਾ ਪ੍ਰਤੀਕ ਹੈ ਵੀ ਉਹਨਾਂ ਕੋਲ ਸ਼ਕਤੀ ਅਜੀਮ ਹੈ। ਪਰ ਉਹਨਾਂ ਦੀ ਸ਼ਕਤੀ ਦਾ, ਉਹਨਾਂ ਦੇ ਘੋੜੇ ਦਾ ਰੰਗ ਨੀਲਾ ਹੈ, ਤੇ ਨੀਲਾ ਰੰਗ ਜਿਹੜਾ ਉਹ ਵਿਸ਼ਾਲਤਾ ਦਾ ਰੰਗ ਹੈ। ਨੀਲਾ ਰੰਗ ਜਿਹੜਾ ਹੈ, ਅਸੀਂ ਦੇਖਦੇ ਹਾਂ ਸਮੁੰਦਰ ਦੇ ਪਾਣੀ ਦਾ ਰੰਗ ਨੀਲਾ ਹੈ। ਸਮੁੰਦਰ ਇੱਕ ਵਿਸ਼ਾਲਤਾ ਦਾ ਪ੍ਰਤੀਕ ਹੈ। ਉੱਪਰ ਅਸਮਾਨ ਵੱਲ ਦੇਖਦੇ ਹਾਂ, ਅਸਮਾਨ ਦਾ ਰੰਗ ਨੀਲਾ ਹੈ। ਅਸਮਾਨ ਜਿਹੜਾ ਇੱਕ ਵਿਸ਼ਾਲਤਾ ਦਾ ਪ੍ਰਤੀਕ ਹੈ ਵੀ ਸੰਸਾਰ ਵਿੱਚ ਰਹਿੰਦਿਆਂ ਭਾਵੇਂ ਕਿਸੇ ਦੇ ਸਿਰ ਤੇ ਛੱਤ ਨਾ ਹੋਵੇ, ਪਰ ਆਕਾਸ਼ ਦੀ ਛੱਤ ਜਿਹੜੀ ਉਹ ਸਾਰਿਆਂ ਦੇ ਸਿਰ ਤੇ ਹੈਗੀ ਹੈ। ਆਕਾਸ਼ ਦੀ ਨੀਲਾਹਟ ਜਿਹੜੀ ਹੈ, ਸਾਗਰ ਦੀ ਨੀਲਾਹਟ ਜਿਹੜੀ ਹੈ, ਭਾਵ ਨੀਲਾ ਰੰਗ ਜਿਹੜਾ ਹੈ, ਇੱਕ ਵਿਸ਼ਾਲਤਾ ਦਾ ਪ੍ਰਤੀਕ ਹੈ। ਸਤਿਗੁਰੂ ਦੇ ਘੋੜੇ ਦਾ ਰੰਗ ਨੀਲਾ ਇਹ ਪ੍ਰਤੀਕ ਹੈ ਵੀ ਸਤਿਗੁਰੂ ਦੇ ਅੰਦਰ ਬਹੁਤ ਵੱਡੀ ਵਿਸ਼ਾਲਤਾ ਹੈ। ਦੂਸਰੀ ਗੱਲ, ਉਹਨਾਂ ਦੇ ਕੋਲ ਇੱਕ ਬਾਜ, ਜਿਸ ਬਾਜ ਨੂੰ ਆਖਿਆ ਗਿਆ ਵੀ ਚਿੱਟਾ ਬਾਜ। ਬਾਜ ਵੀ ਬਾਦਸ਼ਾਹਤ ਦਾ ਪ੍ਰਤੀਕ ਹੈ, ਸ਼ਕਤੀ ਦਾ ਪ੍ਰਤੀਕ ਹੈ, ਰਾਜੇ ਰੱਖਦੇ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਉਹ ਬਾਦਸ਼ਾਹ ਦਰਵੇਸ਼ ਹੈ, ਉਹ ਬਾਦਸ਼ਾਹ ਵੀ ਹੈ, ਉਹ ਦਰਵੇਸ਼ ਵੀ ਹੈ। ਉਹ ਮੇਰੀ ਪੀਰੀ ਦਾ ਮਾਲਕ ਹੈ, ਆਪਣੇ ਦਾਦਾ ਗੁਰੂ ਦੀ ਤਰ੍ਹਾਂ। ਉਹਦੇ ਕੋਲ ਪਾਤਸ਼ਾਹੀ ਦੁਨਿਆਵੀ ਵੀ ਹੈ, ਉਹਦੇ ਕੋਲ ਪਾਤਸ਼ਾਹੀ ਜਿਹੜੀ ਹੈ ਉਹ ਅਧਿਆਤਮਕ ਧਾਰਮਿਕ ਵੀ ਹੈ। ਸਤਿਗੁਰੂ ਦਾ ਬਾਜ ਜਿਹੜਾ ਉਹ ਸ਼ਕਤੀ ਦਾ ਪ੍ਰਤੀਕ ਹੈ, ਉਹ ਆਤਮਿਕ ਸ਼ਕਤੀ ਵਾਲਾ ਵੀ ਹੈ। ਉਹ ਬਾਹਰੀ ਤੌਰ ਤੇ ਬਾਦਸ਼ਾਹਤ ਦੇ ਨਾਲ ਵੀ ਭਰਪੂਰ ਹੈ ਗੁਰੂ ਗੋਬਿੰਦ ਸਿੰਘ, ਪਰ ਉਹਦੇ ਬਾਜ ਦਾ ਰੰਗ ਚਿੱਟਾ ਹੈ। ਚਿੱਟਾ ਰੰਗ ਜਿਹੜਾ ਹੈ ਸੁਲਾ ਦਾ ਪ੍ਰਤੀਕ ਹੈ, ਸੁਲਾ ਕੁਲ। ਸ਼ਕਤੀ ਉਹਦੇ ਕੋਲ ਹੈਗੀ ਹੈ, ਪਰ ਉਸ ਸ਼ਕਤੀ ਦੀ ਵਰਤੋਂ ਜਿਹੜੀ ਉਹ ਸੁਲਾ ਕੁਲ ਵਾਸਤੇ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਨਾਲ ਸੁਲਾ ਰਹੀ ਹੈ। 14 ਜੰਗਾਂ ਗੁਰੂ ਗੋਬਿੰਦ ਸਿੰਘ ਲੜਦੇ ਨੇ। ਬੇਨਤੀ ਕਰਾਂ, ਇੱਕ ਵੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਹਮਲਾਵਰ ਹੋ ਕੇ ਨਹੀਂ ਗਏ। ਜਿਹੜਾ ਕੋਈ ਹਮਲਾ ਕਰਕੇ ਆਇਆ, ਆਪਣੇ ਡਿਫੈਂਸ ਦੇ ਵਿੱਚ ਜੰਗ ਲੜੀ ਗਈ, ਆਪਣੀ ਸਭੇ ਰੱਖਿਆ, ਆਪਣੇ ਨਗਰ ਦੀ ਰੱਖਿਆ, ਆਪਣੀ ਪ੍ਰਜਾ ਦੀ ਰੱਖਿਆ, ਸਿੱਖਾਂ ਦੀ ਰੱਖਿਆ ਵਾਸਤੇ ਲੜੀ ਗਈ। ਪਰ ਬੇਨਤੀ ਕਰਾਂ ਵੀ ਇੱਕ ਵੀ ਜੰਗ ਐਸੀ ਨਹੀਂ ਹੈ ਜਿੱਥੇ ਆਪ ਗੁਰੂ ਪਾਤਸ਼ਾਹ ਹਮਲਾ ਕਰਕੇ ਗਏ ਹੋ। ਉਹ ਸਦਾ ਹੀ ਸੁਲਾ ਕੁਲ ਨੇ। ਉਹਨਾਂ ਦੇ ਜੀਵਨ ਦੇ ਅੰਦਰ ਜਦੋਂ ਅਸੀਂ ਪ੍ਰਕਾਸ਼ ਦਿਹਾੜੇ ਦਾ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਪਟਨਾ ਸਾਹਿਬ ਦੀ ਧਰਤੀ ਤੇ, ਠਸਕੇ ਕਰਨਾਲ ਤੋਂ ਇੱਕ ਪੀਰ ਚੱਲਦਾ ਹੈ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਜਿਸ ਦਾ ਨਾਮ ਜਿਹੜਾ ਉਹ ਇਤਿਹਾਸ ਨੇ ਭੀਖਨ ਸ਼ਾਹ ਲਿਖਿਆ। ਮਹਾਨ ਕੋਸ਼ ਨੇ ਸ਼ਾਹ ਭੀਖ ਲਿਖਿਆ। ਪ੍ਰਚਲਿਤ ਨਾਮ ਜਿਹੜਾ ਉਹ ਭੀਖਨ ਸ਼ਾਹ ਹੈ। ਉਹ ਕਰਨਾਲ ਠਸਕੇ ਨਗਰ ਤੋਂ ਚੱਲਦਾ ਹੈ, ਪਟਨਾ ਸਾਹਿਬ ਪਹੁੰਚਦਾ ਹੈ, ਜਾ ਕੇ ਬੇਨਤੀ ਕਰਦਾ ਵੀ ਮੈਂ ਗੁਰੂ ਸਾਹਿਬ ਦਾ ਦਰਸ਼ਨ ਦੀਦਾਰ ਕਰਨਾ ਚਾਹੁੰਦਾ। ਪਹਿਲੇ ਪਹਿਲ ਇਤਿਹਾਸ ਵਿੱਚ ਲਿਖਿਆ ਵੀ ਭਾਵੇਂ ਰੋਕਿਆ ਗਿਆ, ਤੁਹਾਨੂੰ ਦਰਸ਼ਨ ਦੀਦਾਰ ਅਸੀਂ ਨਹੀਂ ਕਰਾ ਸਕਦੇ, ਪਰ ਜਦੋਂ ਗੁਰੂ ਘਰ ਦੇ ਦਰ ਤੇ ਬੈਠ ਗਿਆ ਵੀ ਮੈਂ ਭਾਵਨਾ ਲੈ ਕੇ ਆਇਆ, ਮੈਂ ਤੇ ਦਰਸ਼ਨ ਦੀਦਾਰ ਕਰਕੇ ਜਾਵਾਂਗਾ। ਫਿਰ ਪਰਿਵਾਰ ਨੇ ਵਿਚਾਰ ਕਰਕੇ
ਮਾਮਾ ਕਿਰਪਾਲ ਚੰਦ ਜੀ ਦਰਸ਼ਨ ਦੀਦਾਰੇ ਕਰਾਉਣ ਵਾਸਤੇ ਗੋਬਿੰਦ ਰਾਏ ਪਾਤਸ਼ਾਹ ਨੂੰ ਬਾਹਰ ਲੈ ਕੇ ਆਏ। ਜਦੋਂ ਭੀਖਣ ਸ਼ਾਹ ਨੇ ਦਰਸ਼ ਦੀਦਾਰ ਕੀਤੇ ਨੇ, ਇਤਿਹਾਸ ਲਿਖਦਾ ਵੀ 2 ਕੁੱਜੀਆਂ ਉਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਰੱਖੀਆਂ ਨੇ। ਕਈਆਂ ਲਿਖਿਆ ਵੀ ਇੱਕ ਕੁੱਜੀ ਵਿੱਚ ਪਾਣੀ ਪਾਇਆ, ਇੱਕ ਦੇ ਵਿੱਚ ਦੁੱਧ ਪਾਇਆ, ਕਈਆਂ ਕੁਝ ਹੋਰ ਵੀ ਲਿਖਿਆ। ਪਰ ਬੇਨਤੀ ਕਰਾਂ ਵੀ ਪ੍ਰਤੀਕ ਇਹੋ ਹੀ ਕਿ 2 ਕੁੱਜੀਆਂ ਸਾਹਮਣੇ ਰੱਖੀਆਂ। ਮਨ ਦੇ ਅੰਦਰ ਇੱਕ ਸਵਾਲ ਲੈ ਕਰਕੇ ਗੋਬਿੰਦ ਰਾਏ ਪਾਤਸ਼ਾਹ ਦੇ ਅੱਗੇ ਹੋਇਆ। ਕੁੱਜੀਆਂ ਦੋਵੇਂ ਅੱਗੇ ਕੀਤੀਆਂ ਨੇ। ਗੋਬਿੰਦ ਰਾਏ ਪਾਤਸ਼ਾਹ ਨੇ ਕੁਝ ਮਹੀਨਿਆਂ ਦੇ ਨੇ ਉਸ ਸਮੇਂ ਉਛਲ ਕੇ ਦੋਵੇਂ ਹੱਥ ਜਿਹੜੇ ਨੇ ਦੋਵਾਂ ਕੁੱਜੀਆਂ ਤੇ ਰੱਖ ਦਿੱਤੇ ਨੇ। ਫਕੀਰ ਸਿਜਦੇ ਵਿੱਚ ਆ ਗਿਆ। ਦੋਵੇਂ ਕੁੱਜੀਆਂ ਜ਼ਮੀਨ ਤੇ ਰੱਖੀਆਂ ਨੇ। ਗੋਬਿੰਦ ਰਾਏ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ, ਸਿਜਦਾ ਕਰ ਦਿੱਤਾ। ਜਿਹੜੇ ਨਾਲ ਮੁਰੀਦ ਗਏ ਸੀ ਸ਼ਾਹ ਭੀਖਣ ਦੇ, ਉਹ ਪੀਰ ਜੀ ਨੂੰ ਬੇਨਤੀ ਕਰਦੇ ਨੇ ਵੀ ਸ਼ਾਹ ਜੀ, ਤੁਸੀਂ ਕੁੱਜੀਆਂ ਅੱਗੇ ਕੀਤੀਆਂ, ਬਾਲ ਗੁਰੂ ਨੇ ਕੁੱਜੀਆਂ ਤੇ ਹੱਥ ਰੱਖਿਆ, ਤੁਸੀਂ ਮੱਥਾ ਟੇਕ ਦਿੱਤਾ, ਨਾ ਤੁਸੀਂ ਕੋਈ ਸਵਾਲ ਕੀਤਾ, ਨਾ ਉਹਨਾਂ ਕੋਈ ਜਵਾਬ ਦਿੱਤਾ। ਸਾਡੀ ਸਮਝ ਵਿੱਚ ਨਹੀਂ ਆਈ ਕਿ ਬਾਤ ਹੈ ਕੀ। ਸ਼ਾਹ ਭੀਖਣ ਨੇ ਆਖਿਆ, ਮੈਂ ਸਵਾਲ ਕੀਤਾ ਸੀ ਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਬਾਲ ਆਇਆ ਹੈ, ਇਹ ਸਰਬ ਸਾਂਝਾ ਹੋਵੇਗਾ ਜਾਂ ਕਿਸੇ ਇੱਕ ਦਾ ਪੱਖ ਕਰੇਗਾ। ਇਤਿਹਾਸ ਵਿੱਚ ਇਹ ਲਿਖਿਆ ਵੀ ਉਹ ਸੋਚਦੇ ਨੇ ਮੁਸਲਮਾਨ ਦਾ ਪੱਖ ਕਰੇਗਾ, ਹਿੰਦੂ ਦਾ ਕਰੇਗਾ। ਬੇਨਤੀ ਕਰਾਂ, 2 ਉਸ ਸਮੇਂ ਮਤ ਜਿਹੜੇ ਨੇ ਨਾ ਹਿੰਦੁਸਤਾਨ ਦੇ ਵਿੱਚ, ਇੱਕ ਸੀਗੇ ਜਿਹੜੇ ਰਾਜ ਕਰਨ ਵਾਲੀ ਧਿਰ ਹੈ, ਔਰੰਗਜ਼ੇਬ ਦਾ ਰਾਜ ਸੀਗਾ। ਇੱਕ ਸੀਗੀ ਪੀੜਤ ਧਿਰ, ਹਿੰਦੁਸਤਾਨ ਦੇ ਵਾਸੀ। ਹੁਣ ਸਪਸ਼ਟ ਹੈ ਵੀ ਜਿਹੜਾ ਗੁਰੂ ਘਰ ਹੈ, ਜਿਹੜਾ ਗੁਰੂ ਨਾਨਕ ਦਾ ਘਰ ਹੈ, ਉਹ ਸਾਰਾ ਇਤਿਹਾਸ ਜਿਹੜਾ ਹੈ ਉਹ ਮਜਲੂਮਾਂ ਦਾ, ਅਨਾਥਾਂ ਦਾ ਨਾਥ ਬਣ ਕੇ, ਗਰੀਬਾਂ ਦਾ ਸਹਾਈ ਬਣ ਕੇ ਗੁਰੂ ਨਾਨਕ ਦੇ ਚਲਾਏ ਨਿਰਾਲੇ ਪੰਥ ਨੇ ਜਿੰਨਾ ਵੀ ਸਫ਼ਰ ਉਦੋਂ ਤੱਕ ਕੀਤਾ ਸੀ, ਮਾਲਕ ਗੋਬਿੰਦ ਰਾਏ ਪਾਤਸ਼ਾਹ ਦੇ ਪ੍ਰਕਾਸ਼ ਤੱਕ, ਉਹ ਸਾਰਾ ਸਫ਼ਰ ਦੱਸਦਾ ਸੀ ਵੀ ਜਿੱਥੇ ਵੀ ਕੋਈ ਮਜਲੂਮ ਹੈ ਉਹਦੀ ਰੱਖਿਆ ਕੀਤੀ ਗਈ। ਇਹ ਗੱਲ ਵੱਖਰੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚ ਵੀ ਸਮਾਂ ਆਇਆ, ਉਹਨਾਂ ਨੇ ਆਪਣੇ ਪਿਤਾ ਨੂੰ ਕੁਰਬਾਨ ਕੀਤਾ, ਪਰ ਇਸ ਤੋਂ ਪਹਿਲਾਂ ਵੀ ਗੁਰੂ ਘਰ ਜਿਹੜਾ ਹੈ ਉਹ ਮਜਲੂਮ ਦਾ ਪੱਖ ਲੈਂਦਾ ਰਿਹਾ। ਤੇ ਕੁਦਰਤੀ ਗੱਲ ਸੀ, ਇੱਕ ਵਿਚਾਰ ਬਣਿਆ ਹੋਇਆ ਸੀ ਵੀ ਜਿਹੜੇ ਮੁਸਲਮਾਨ ਨੇ ਉਹ ਧੱਕਾ ਕਰਦੇ ਨੇ, ਹਿੰਦੂਆਂ ਤੇ ਕਰਦੇ ਨੇ, ਤੇ ਉਹਨਾਂ ਮਜਲੂਮ ਸਮਝ ਕੇ ਉਹਨਾਂ ਦੀ ਰੱਖਿਆ ਹੋ ਰਹੀ ਸੀ। ਹੁਣ ਸ਼ਾਹ ਭੀਖਣ ਦਾ ਇਹ ਵਿਚਾਰ ਹੈ, ਉਹ ਵਿਚਾਰ ਨੂੰ ਜਦੋਂ ਲੈ ਕੇ ਸਨਮੁਖ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦੋਵਾਂ ਤੇ ਹੱਥ ਰੱਖ ਕੇ ਦੱਸ ਦਿੱਤਾ ਵੀ ਪੱਖ ਸੱਚ ਦਾ ਹੀ ਲਿਆ ਜਾਏਗਾ, ਕਿਸੇ ਇੱਕ ਧਿਰ ਦਾ ਨਹੀਂ ਲਿਆ ਜਾਏਗਾ। ਪੱਖ ਮਜਲੂਮ ਦਾ ਲਿਆ ਜਾਏਗਾ, ਪੱਖ ਗਰੀਬ ਦਾ ਹੀ ਲਿਆ ਜਾਏਗਾ। ਗੁਰੂ ਜਿਹੜਾ ਉਹ ਸਾਂਝਾ ਹੈ। ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੇ ਵਡਿਆਈ ਇਹ ਹੈ ਕਿ ਸਭੇ ਸਾਂਝੀ ਵਾਲ ਸਧਾਇਨ ਤੂੰ ਕਿਸੇ ਨਾ ਦਿਸੈ ਬਾਹਲਾ ਜੀ। ਇੱਥੇ ਤੇ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸੇ ਲਏ ਮਿਲਾਏ ਜਿਉ, ਜਿਹੜਾ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਵੇ। ਡਾਕਟਰ ਵੀਰ ਸਿੰਘ ਹੋਣਾ ਲਿਖਿਆ, ਕਹਿਣ ਲੱਗੇ ਜਦੋਂ ਸ਼ਾਹ ਭੀਖਣ ਦੋਵੇਂ ਕੁੱਜੀਆਂ ਥੱਲੇ ਰੱਖ ਕੇ ਸਿਜਦੇ ਵਿੱਚ ਆ ਗਿਆ, ਮੱਥਾ ਟੇਕਦਾ ਹੈ, ਬਾਲਕ ਹਰਿਗੋਬਿੰਦ ਨੇ ਉਛੜ ਕੇ ਕਦਮ ਆਪਣਾ ਪੈਰ ਹਿਲਾਇਆ, ਦੋਵੇਂ ਕੁੱਜੀਆਂ ਡੁੱਲ ਗਈਆਂ। ਇੱਕ ਦੇ ਵਿੱਚੋਂ ਦੁੱਧ ਰੁੜ ਕੇ ਦੁੱਧ ਦੀ ਧਾਰਾ ਵਹਿ ਗਈ, ਇੱਕ ਵਿੱਚੋਂ ਪਾਣੀ ਡੁੱਲਿਆ ਤੇ ਪਾਣੀ ਦੀ ਧਾਰਾ ਵਹਿ ਗਈ। ਦੋਵੇਂ ਧਾਰਾਵਾਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਦੋਵੇਂ ਇਕੱਠੀਆਂ ਹੋ ਗਈਆਂ, ਪਾਣੀ ਤੇ ਦੁੱਧ ਮਿਲ ਗਿਆ।
ਦੁੱਧ ਦੇ ਵਿੱਚ ਜਦੋਂ ਪਾਣੀ ਮਿਲ ਜਾਏ, ਪਾਣੀ ਆਪਣਾ ਰੂਪ ਗਵਾ ਦਿੰਦਾ ਹੈ ਤੇ ਦੁੱਧ ਜਿਹੜਾ ਉਹ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਕਿ ਜੇ ਰੱਬ ਨਾਲ ਪ੍ਰੀਤ ਕਰਨੀ ਹੈ, ਦੁੱਧ ਤੇ ਜਲ ਵਰਗੀ ਕਰੀ, ਜਿਹੜੀ ਇੱਕ ਰੂਪ ਹੋ ਸਕੇ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਗੁਰੂ ਨਾਨਕ ਸਾਹਿਬ, ਜੈਸੀ ਜਲ ਦੁੱਧ ਹੋਏ, ਜਿਸ ਤਰ੍ਹਾਂ ਦੀ ਜਲ ਦੀ ਤੇ ਦੁੱਧ ਦੀ ਪ੍ਰੀਤ ਹੁੰਦੀ ਹੈ। ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਜਦੋਂ ਪਾਣੀ ਦੁੱਧ ਵਿੱਚ ਮਿਲਦਾ ਹੈ ਤੇ ਦੁੱਧ ਨੂੰ ਆਪਣਾ ਰੂਪ ਦੇ ਦਿੰਦਾ, ਉਹਦੇ ਵਿੱਚ ਵਖਰੇਵਾਂ ਨਹੀਂ ਰਹਿਣ ਦਿੰਦਾ। ਪਰ ਜਿਸ ਦਿਨ ਦੁੱਧ ਨੂੰ ਸੇਕ ਤੇ ਰੱਖਿਆ ਜਾਂਦਾ ਹੈ, ਅੱਗ ਤੇ ਰੱਖਿਆ ਜਾਂਦਾ ਹੈ, ਜਦੋਂ ਉਬਾਲਾ ਆਉਂਦਾ ਹੈ, ਦੁੱਧ ਨੂੰ ਸੇਕ ਲੱਗਦਾ ਤੇ ਪਹਿਲਾਂ ਪਾਣੀ ਸੜਦਾ, ਦੁੱਧ ਬਾਅਦ ਵਿੱਚ ਸੜਦਾ। ਦੁੱਧ ਦੇ ਵਿੱਚ ਜਾ ਕੇ ਪਾਣੀ ਮਿਲਿਆ, ਦੁੱਧ ਨੇ ਆਪਣਾ ਰੂਪ ਦੇ ਦਿੱਤਾ। ਜਿਸ ਦਿਨ ਦੁੱਧ ਨੂੰ ਅੱਗ ਤੇ ਰੱਖਿਆ, ਫਿਰ ਪਾਣੀ ਨੇ ਆਪਾ ਕੁਰਬਾਨ ਕਰ ਦਿੱਤਾ। ਪਾਤਸ਼ਾਹ ਕਹਿੰਦੇ ਨੇ ਵੀ ਇਹ ਇਸ ਤਰ੍ਹਾਂ ਦੀ ਪ੍ਰੀਤ ਹੈ ਜਿਵੇਂ ਜਲ ਤੇ ਦੁੱਧ ਦੀ ਪ੍ਰੀਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਤੀਕ ਪ੍ਰਗਟ ਕਰ ਦਿੱਤਾ ਸੀ। ਕੁੱਜੀਆਂ ਵਿੱਚੋਂ ਡੁੱਲਿਆ ਹੋਇਆ ਦੁੱਧ ਜਾ ਕੇ ਮਿਲ ਗਿਆ। ਜਿਸ ਦਿਨ ਹਿੰਦੁਸਤਾਨ ਦੇ ਕਿਸੇ ਮਨੁੱਖ ਨੂੰ ਲੋੜ ਪਈ, ਉਹ ਦੁੱਧ ਦੇ ਵਿੱਚ ਜਾ ਕੇ ਮਿਲ ਕਰਕੇ ਆਪਾ ਜਿਹੜਾ ਉਹ ਗਵਾ ਸਕੇਗਾ। ਪਰ ਜਿਸ ਦਿਨ ਦੁੱਧ ਨੂੰ ਅੱਗ ਤੇ ਰੱਖਿਆ ਗਿਆ, ਉਸ ਦਿਨ ਪਾਣੀ ਜਿਹੜਾ ਆਪਣਾ ਆਪ ਜਿਹੜਾ ਉਹ ਕੁਰਬਾਨ ਕਰਕੇ ਉਬਾਲਾ ਖਾ ਕੇ ਪਹਿਲੋਂ ਆਪ ਸੜੇਗਾ, ਦੁੱਧ ਦੀ ਵਾਰੀ ਬਾਅਦ ਵਿੱਚ ਆਏਗੀ। ਇੱਕ ਸਮਾਨਤਾ ਦਾ ਪੱਖ ਹੈ। ਮੇਰੇ ਕੋਲ ਸੀਮਤ ਜਿਹਾ ਸਮਾਂ ਅੱਜ, ਇੱਕ ਟੂਕ ਮਾਤਰ ਤੁਹਾਡਾ ਧਿਆਨ ਦਵਾ ਦਿਆਂ ਜੰਗ ਭੰਗਾਣੀ ਦੇ ਵੱਲ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਹਿਲੀ ਜੰਗ ਹੈ ਪਾਉਂਟਾ ਸਾਹਿਬ ਦੇ ਅੰਦਰ, ਭੰਗਾਣੀ ਦਾ ਜੰਗ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪਹਾੜੀ ਰਾਜਿਆਂ ਦੇ ਨਾਲ ਉਹਨਾਂ ਨੂੰ ਜੰਗ ਲੜਨਾ ਪਿਆ। ਮੈਂ ਵਿਸਥਾਰ ਨਹੀਂ ਕਰ ਸਕਦਾ, ਮੈਂ ਉਹਦਾ ਭਾਵ ਸਾਹਮਣੇ ਰੱਖਣ ਲੱਗਾ। ਇਸ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਆਏ ਸੀ। ਸਡੌਰਾ ਉਹਨਾਂ ਦਾ ਪਿੰਡ ਹੈ ਤੇ ਪਾਉਂਟਾ ਸਾਹਿਬ ਤੋਂ ਕਰੀਬ 60-62 ਮੀਲ ਤੇ ਜਾ ਕੇ ਸਡੌਰਾ ਆਉਂਦਾ ਹੈ। ਇੰਨਾ ਕੁ ਫਰਕ ਹੈ। ਜਦੋਂ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਗਏ, ਇਹ ਜੰਗ ਤੋਂ ਪਹਿਲਾਂ ਦੀ ਬਾਤ ਹੈ, ਵੱਡੀ ਉਮਰ ਦੇ ਨੇ, ਸੈਂਕੜੇ ਮੁਰੀਦ ਕੋਲ ਨੇ, ਪਰ ਸੁਣਿਆ ਸੀ ਵੀ ਗੁਰੂ ਨਾਨਕ ਦੀ ਜੋਤ ਦੇ ਵਾਰਿਸ ਨੇ, ਬੜਾ ਪ੍ਰਤਾਪ ਹੈ, ਬੜਾ ਸੱਚ ਦਾ ਪ੍ਰਕਾਸ਼ ਹੈ। ਜਿਸ ਦਿਨ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਜਾਂਦੇ ਨੇ ਸਡੌਰੇ ਤੋਂ, ਦਰਬਾਰ ਲੱਗਿਆ ਹੋਇਆ ਤੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਹੈ ਵੀ 21-22 ਸਾਲ ਦੀ ਉਮਰ ਦਾ ਗੁਰੂ, ਮੈਂ ਇੰਨੀ ਵੱਡੀ ਉਮਰ ਦਾ, ਮੈਂ ਪੀਰ ਹਾਂ, ਲੋਕ ਮੇਰਾ ਸਤਿਕਾਰ ਕਰਦੇ ਨੇ, ਮੈਂ ਇਸ ਜਵਾਨ ਉਮਰ ਦੇ ਗੁਰੂ ਨੂੰ ਮੱਥਾ ਟੇਕਾਂਗਾ। ਕੁਝ ਮਨ ਦੇ ਵਿੱਚ ਇਸ ਤਰ੍ਹਾਂ ਦੀ ਉਧੇੜ ਬੁਣ ਜਿਹੜੀ ਹੈ ਉਹ ਚੱਲ ਰਹੀ ਹੈ। ਇਤਿਹਾਸ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਆ ਜਾਓ ਦਰਬਾਰ ਵਿੱਚ, ਮੱਥਾ ਉਦੋਂ ਟੇਕਿਓ ਜਦੋਂ ਮਨ ਮੰਨੇਗਾ। ਬਦੋ ਬਦੀ ਕਿਉਂ ਟੇਕਣਾ? ਜਦੋਂ ਮਨ ਮੰਨੇਗਾ ਮੱਥਾ ਉਦੋਂ ਟੇਕਿਓ। ਤੇ ਪੀਰ ਬੁੱਧੂ ਸ਼ਾਹ ਨੇ ਇੱਕ ਸਵਾਲ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਕਹਿਣ ਲੱਗੇ ਖੁਦਾ ਨੂੰ ਕਿਵੇਂ ਮਿਲਿਆ ਜਾਏ, ਰੱਬ ਜੀ ਦੇ ਵਿੱਚ ਅਭੇਦ ਕਿਵੇਂ ਹੋਇਆ ਜਾ ਸਕਦਾ ਹੈ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ, ਜਿਸ ਤਰ੍ਹਾਂ ਦਿਨ ਜਿਹੜਾ ਉਹ ਰਾਤ ਨੂੰ ਮਿਲ ਜਾਂਦਾ ਹੈ। ਪੀਰ ਕਹਿਣ ਲੱਗਾ ਵੀ ਜਦੋਂ ਦਿਨ ਰਾਤ ਨੂੰ ਮਿਲਦਾ ਹੈ, ਜਦੋਂ ਸੂਰਜ ਛੁਪਦਾ ਹੈ, ਉਦੋਂ ਫਿਰ ਦਿਨ ਰਹਿ ਨਹੀਂ ਜਾਂਦਾ, ਉਦੋਂ ਰਾਤ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਜਦੋਂ ਅੰਦਰ ਦੀ ਖੁਦੀ ਮਿਲ ਜਾਂਦੀ ਹੈ, ਖੁਦੀ ਮਿਟ ਜਾਂਦੀ ਹੈ। ਖੁਦੀ ਦਾ ਅਰਥ ਹੁੰਦਾ ਹੰਕਾਰ, ਹਉਮੈ, ਮੈਂ।
ਕਹਿਣ ਲੱਗੇ ਜਿਸ ਦਿਨ ਮੈਂ ਮਰ ਜਾਂਦੀ ਉਸ ਦਿਨ ਖੁਦਾ ਹੀ ਰਹਿ ਜਾਂਦਾ, ਦੂਜੀ ਗੱਲ ਰਹਿੰਦੀ ਕੋਈ ਨਹੀਂ। ਸਤਿਗੁਰਾਂ ਦੀ ਪਾਵਨ ਬਾਣੀ ਦਾ ਵਾਕ ਹੈ, ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਉਸ ਦਿਨ ਅਕਾਲ ਪੁਰਖ ਪ੍ਰਮਾਤਮਾ ਨਾਲ ਅਭੇਦਤਾ ਹੋ ਜਾਂਦੀ ਹੈ, ਜਿਸ ਦਿਨ ਹਉ ਤੇ ਮੈਂ ਮਰ ਜਾਂਦੀ ਹੈ। ਸਤਿਗੁਰੂ ਦਾ ਉਪਦੇਸ਼ ਸੁਣਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੱਥਾ ਟੇਕ ਦਿੱਤਾ, ਗੁਰੂ ਸਾਹਿਬ ਦਾ ਪਿਆਰਾ ਬਣ ਗਿਆ। ਜਿਸ ਦਿਨ ਭੰਗਾਣੀ ਦਾ ਜੰਗ ਹੋਇਆ, ਉਸ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਨੇ 500 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਫੌਜੀ ਤੌਰ ਤੇ ਭਰਤੀ ਕਰਵਾਏ ਸੀ, ਜਿਨ੍ਹਾਂ ਨੂੰ ਔਰੰਗਜ਼ੇਬ ਨੇ ਕਿਸੇ ਗੱਲੋਂ ਨਾਰਾਜ਼ ਹੋ ਕੇ ਨੌਕਰੀ ਤੋਂ ਕੱਢਤਾ ਸੀ। ਪੀਰ ਆਏ, ਉਹਨਾਂ ਗੁਰੂ ਸਾਹਿਬ ਨੂੰ ਆਖਿਆ ਵੀ ਇਹ ਪਠਾਨ ਨੇ, ਸਿਪਾਹੀ ਨੇ, ਲੜਨਾ ਜਾਣਦੇ ਨੇ, ਹੋਰ ਕੰਮ ਕੋਈ ਨਹੀਂ, ਇਹਨਾਂ ਨੂੰ ਆਪਣੇ ਕੋਲ ਰੱਖ ਲਿਆ ਜਾਵੇ। ਤੁਸੀਂ ਵੀ ਫੌਜ ਰੱਖੀ ਹੈ, ਤੁਸੀਂ ਵੀ ਸ਼ਿਕਾਰ ਖੇਡਦੇ ਹੋ, ਜੰਗੀ ਮਸ਼ਕਾਂ ਹੁੰਦੀਆਂ ਨੇ। ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਦੀ ਫਰਮਾਇਸ਼ ਤੇ 500 ਪਠਾਨ ਰੱਖ ਲਿਆ। ਪਰ ਜਿਸ ਦਿਨ ਭੰਗਾਣੀ ਦਾ ਜੰਗ ਹੋਇਆ 22 ਧਾਰ ਦੇ ਰਾਜਿਆਂ ਨਾਲ, ਇਹਨਾਂ ਵਿੱਚੋਂ 400 ਪਠਾਨ ਜਿਹੜਾ ਉਹ ਪਹਾੜੀ ਰਾਜਿਆਂ ਨਾਲ ਰਲ ਗਿਆ। ਇੱਕੋ ਹੀ ਪਠਾਨ ਜਿਹਦਾ ਨਾਮ ਲਿਖਿਆ ਕਾਲਾ ਖਾਂ, ਉਹ 100 ਸਿਪਾਹੀਆਂ ਨੂੰ ਲੈ ਕੇ ਗੁਰੂ ਸਾਹਿਬ ਦਾ ਵਫਾਦਾਰ ਰਿਹਾ। 400 ਪਠਾਨ ਜਿਹੜਾ ਉਹ ਪਹਾੜੀਆਂ 'ਚ ਜਾ ਰਲਿਆ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ, ਆਪਣੇ ਪਿੰਡ ਸਡੌਰੇ ਤੋਂ ਮੱਚੀ ਹੋਈ ਜੰਗ ਦੇ ਵਿੱਚ ਆਪਣੇ ਸੈਂਕੜੇ ਮੁਰੀਦ ਲੈ ਕੇ, ਆਪਣੇ ਪੁੱਤਰਾਂ ਨੂੰ ਲੈ ਕੇ, ਆਪਣੇ ਭਰਾਵਾਂ ਨੂੰ ਲੈ ਕੇ ਭੰਗਾਣੀ ਦੇ ਜੰਗ ਵਿੱਚ ਪਹੁੰਚ ਗਿਆ। ਉਹਨੇ ਆਪਣੇ ਪੁੱਤਰ ਸ਼ਹੀਦ ਕਰਾਏ। ਪੀਰ ਬੁੱਧੂ ਸ਼ਾਹ ਦੇ ਪੁੱਤ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਦਾ ਭਰਾ ਸ਼ਹੀਦ ਹੋਇਆ। ਜਦੋਂ ਜੰਗ ਜਿੱਤ ਲਈ ਪਾਤਸ਼ਾਹ ਨੇ, ਤੇ ਨਿਸ਼ਾਨੀ ਵਜੋਂ ਗੁਰੂ ਸਾਹਿਬ ਨੇ ਆਪਣੀ ਦਸਤਾਰ ਦੇ 2 ਹਿੱਸੇ ਕੀਤੇ। ਇੱਕ ਮਹੰਤ ਕਿਰਪਾਲ ਦਾਸ ਨੂੰ ਸਰੋਪੇ ਰੂਪ ਵਿੱਚ ਦਿੱਤਾ, ਅੱਧੀ ਦਸਤਾਰ ਜਿਹੜੀ ਹੈ ਉਹ ਪੀਰ ਬੁੱਧੂ ਸ਼ਾਹ ਨੂੰ ਸਰੋਪੇ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਇਤਿਹਾਸ ਕਹਿੰਦਾ ਵੀ ਜਿਹੜਾ ਗੁਰੂ ਸਾਹਿਬ ਨੇ ਕੇਸ ਵਾਹ ਕੇ ਕੰਘਾ ਰੱਖਿਆ ਸੀ, ਜਿਹਦੇ ਵਿੱਚ ਕੇਸ ਅਟਕੇ ਹੋਏ ਸਨ, ਪੀਰ ਜੀ ਨੇ ਬੇਨਤੀ ਕਰਕੇ ਉਹ ਕੰਘਾ ਲੈ ਲਿਆ ਵੀ ਆ ਮੂਏ ਮੁਬਾਰਕ ਆ ਕੇਸਾਂ ਸਮੇਤ ਕੰਘਾ ਜਿਹੜਾ ਹੈ ਇਹ ਮੈਨੂੰ ਬਖਸ਼ਿਸ਼ ਕਰ ਦਿਓ। ਬੇਨਤੀ ਮੈਂ ਇਹ ਕਰ ਰਿਹਾ, ਜਿਸ ਦਿਨ ਪੀਰ ਨੇ ਫਰਮਾਇਸ਼ ਕੀਤੀ ਕਿ ਸਿਪਾਹੀ ਜਿਹੜੇ ਉਹ ਭਰਤੀ ਕਰ ਲੋ, ਸਤਿਗੁਰਾਂ ਨੇ ਆਖਿਆ ਕੋਈ ਗੱਲ ਨਹੀਂ ਜੀ, ਆਇਆ ਇੱਥੇ ਨਿਮਾਣਿਆਂ ਨੂੰ ਮਾਣ ਤੇ ਨਥਾਵਿਆਂ ਨੂੰ ਥਾਂ ਮਿਲਦਾ। ਜਿਸ ਦਿਨ ਉਹਦੇ ਰਖਾਏ ਹੋਏ ਗਦਾਰੀ ਕਰ ਗਏ ਨਾ, ਫਿਰ ਪਾਣੀ ਦੀ ਤਰ੍ਹਾਂ ਪੀਰ ਆਇਆ ਤੇ ਭੰਗਾਣੀ ਦੇ ਜੰਗ 'ਚ ਪੁੱਤ ਸ਼ਹੀਦ ਕਰਾਏ। ਇਹਨੂੰ ਪ੍ਰੀਤ ਕਹਿੰਦੇ ਨੇ। ਰੇ ਮਨ ਐਸੀ ਹਲ ਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਆ ਵਟਣ ਦਾ ਅਰਥ ਹੁੰਦਾ ਉਬਾਲੇ ਖਾਣਾ। ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਜਿੰਨਾ ਚਿਰ ਪਾਣੀ ਦੇ ਵਿੱਚ ਪ੍ਰਾਣ ਹੁੰਦੇ ਨੇ, ਜਿੰਨਾ ਚਿਰ ਪਾਣੀ ਦਾ ਵਜੂਦ ਹੁੰਦਾ ਹੈ, ਉਹਨਾਂ ਚਿਰ ਅੱਗ ਤੇ ਦੁੱਧ ਨਹੀਂ ਸੜਦਾ, ਤੇ ਜਦੋਂ ਪਾਣੀ ਸੜ ਜਾਏ ਤੇ ਫਿਰ ਦੁੱਧ ਦੀ ਵਾਰੀ ਬਾਅਦ ਵਿੱਚ ਆਉਂਦੀ ਹੈ। ਇਹ ਪਿਆਰ ਦੀਆਂ ਖੇਡਾਂ ਨੇ, ਇਹ ਉਹ ਅਗੰਮੀ ਗੱਲਾਂ ਬਾਤਾਂ ਨੇ, ਵਿਚਾਰਾਂ ਨੇ ਗੁਰੂ ਇਤਿਹਾਸ ਦੀਆਂ, ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਪੀਰਾਂ ਦੇ ਪੀਰ ਨੇ। ਬਹੁਤ ਸਾਰਾ ਇਤਿਹਾਸ ਹੈ। ਨਵਾਬ ਰਹੀਮ ਤੇ ਨਵਾਬ ਕਰੀਮ ਬਖਸ਼ ਪਟਨਾ ਸਾਹਿਬ ਦੇ ਵਿੱਚ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰਿਆਂ ਤੋਂ ਸਦਕੇ ਹੋ ਕੇ ਇੱਕ ਬਾਗ ਭੇਟਾ ਕੀਤਾ ਸੀ, ਜਿਹੜਾ ਅੱਜ ਵੀ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਲਕੀਅਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ। ਐਸੇ ਮਹਾਨ ਸਤਿਗੁਰੂ ਦਾ, ਬਾਦਸ਼ਾਹ ਦਰਵੇਸ਼ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਗੁਰੂ ਕਿਰਪਾ ਕਰੇ ਸਿੱਖ ਦੇ ਅੰਦਰ ਵਿਸ਼ਾਲਤਾ ਪੈਦਾ ਹੋਵੇ, ਸਿੱਖ ਦਾ ਹਿਰਦਾ ਇੰਨਾ ਕੁ ਖੁੱਲਾ ਹੋਵੇ ਕਿ ਆਪਣੇ ਗੁਰੂ ਵਾਂਗ ਸਾਰਿਆਂ ਨੂੰ ਮਾਣ ਸਨਮਾਨ ਜਿਹੜਾ ਉਹ ਦੇ ਸਕਦਾ ਹੋਵੇ, ਪਰ ਨਾਲ ਆਪਣੇ ਸਿਧਾਂਤ ਨੂੰ ਕਾਇਮ ਰੱਖ ਸਕਦਾ ਹੋਵੇ।
ਆਓ ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।